ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਲਵ ਮੈਰਿਜ ਹੋਈ ਸੀ। ਸਾਡੇ ਦੋਹਾਂ ਵਿੱਚ ਪਿਆਰ ਬਹੁਤ ਸੀ, ਪਰ ਜਦੋਂ ਤੋਂ ਅਸੀਂ ਇਸ ਨਵੇਂ ਮੁਹੱਲੇ ਵਿੱਚ ਆਏ ਸੀ, ਪਰੇਸ਼ਾਨੀਆਂ ਦੇ ਨਾਲ ਦੋ ਚਾਰ ਹੋ ਕੇ ਰਹਿ ਗਏ ਸੀ। ਅਸਲ ਵਿੱਚ ਮੇਰੀ ਪਤਨੀ ਕੁਝ ਮਾਡਰਨ ਫੈਮਿਲੀ ਤੋਂ ਤਾਲੁਕ ਰੱਖਦੀ ਸੀ। ਹਾਲਾਂਕਿ ਮੈਂ ਵੀ ਕੋਈ ਗਰੀਬ ਨਹੀਂ ਸੀ। ਮੇਰਾ ਆਪਣਾ ਇੱਕ ਵੱਡਾ ਘਰ ਸੀ, ਪੈਸੇ ਦੀ ਵੀ ਕੋਈ ਕਮੀ ਨਹੀਂ ਸੀ। ਪਰ ਮੇਰਾ ਘਰ ਪੁਰਾਣੇ ਮੁਹੱਲੇ ਵਿੱਚ ਪੁਰਾਣੀ ਤਰ੍ਹਾਂ ਬਣਿਆ ਹੋਇਆ ਸੀ। ਮੇਰੇ ਮਾਤਾ ਪਿਤਾ ਪੁਰਾਣੇ ਖਿਆਲਾਂ ਦੇ ਸੀ ਕਿ ਅਸੀਂ ਇੱਦਾਂ ਹੀ ਆਪਣਾ ਘਰ ਖੁੱਲ੍ਹਾ ਰੱਖਣਾ ਹੈ, ਵਿਹੜਾ ਖੁੱਲ੍ਹਾ ਹੈ, ਚੰਗੀ ਹਵਾ ਆਉਂਦੀ ਆ, ਪੁਰਾਣੀ ਮੁਹੱਲੇਦਾਰੀ ਆ। ਇਸੇ ਕਰਕੇ ਨਾ ਹੀ ਅਸੀਂ ਇਸ ਘਰ ਨੂੰ ਛੱਡਾਂਗੇ ਅਤੇ ਨਾ ਹੀ ਨਵੇਂ ਤਰੀਕੇ ਨਾਲ ਬਣਾਵਾਂਗੇ। ਪਹਿਲਾਂ ਤਾਂ ਮੈਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ, ਪਰ ਜਦੋਂ ਮੇਰਾ ਵਿਆਹ ਰੇਨੂ ਦੇ ਨਾਲ ਹੋਇਆ ਤਾਂ ਘਰ ਆਉਂਦੇ ਹੀ ਉਸਨੇ 100 ਨੁਕਸ ਕੱਢਣੇ ਸ਼ੁਰੂ ਕਰ ਦਿੱਤੇ। ਕਹਿਣ ਲੱਗੀ ਕਿ ਮੈਨੂੰ ਇੱਦਾਂ ਦੇ ਘਰ ਵਿੱਚ ਰਹਿਣ ਦੀ ਆਦਤ ਨਹੀਂ ਆ, ਨਾ ਹੀ ਮੈਨੂੰ ਤੁਹਾਡੇ ਘਰ ਦਾ ਇਹ ਮੁਹੱਲਾ ਪਸੰਦ ਆ। ਜਿਸ ਨੂੰ ਦੇਖੋ ਮੂੰਹ ਚੁੱਕ ਕੇ ਅੰਦਰ ਆ ਜਾਂਦਾ, ਕੋਈ ਪ੍ਰਾਈਵੇਸੀ ਨਹੀਂ ਹੈ। ਹਾਲਾਂਕਿ ਮੈਂ ਰੇਨੂ ਦੇ ਕਮਰੇ 'ਚ ਏਸੀ ਤੱਕ ਲਗਵਾ ਕੇ ਦਿੱਤਾ ਸੀ। ਉਸ ਦਾ ਕਮਰਾ ਵੀ ਨਵੇਂ ਤਰੀਕੇ ਨਾਲ ਤਿਆਰ ਹੋਇਆ ਸੀ, ਪਰ ਫਿਰ ਵੀ ਉਸ ਨੂੰ ਬਹੁਤ ਮਸਲੇ ਸੀ। ਮੇਰੀ ਰੇਨੂ ਦੇ ਨਾਲ ਲਵ ਮੈਰਿਜ ਸੀ ਤੇ ਮੈਂ ਉਸ ਨੂੰ ਬੇਤਹਾਸ਼ਾ ਪਿਆਰ ਕਰਦਾ ਸੀ। ਇਸ ਕਰਕੇ ਉਸ ਦੀ ਜ਼ੁਬਾਨ ਤੋਂ ਨਿਕਲਣ ਵਾਲਾ ਹਰ ਲਫ਼ਜ਼ ਮੇਰੇ ਲਈ ਆਖਰੀ ਹੁੰਦਾ ਸੀ। ਮੈਂ ਉਸ ਦੀ ਹਰ ਖੁਆਇਸ਼ ਨੂੰ ਪੂਰਾ ਕਰਦਾ ਸੀ। ਉਹ ਕਹਿਣ ਲੱਗੀ ਕਿ ਇਸ ਘਰ ਵਿੱਚ ਨਹੀਂ ਰਹਿ ਸਕਦੀ, ਕਿਉਂਕਿ ਇੱਥੇ ਮੈਂ ਆਪਣੇ ਦੋਸਤਾਂ ਨੂੰ ਨਹੀਂ ਬੁਲਾ ਸਕਦੀ। ਇੱਥੋਂ ਦੀਆਂ ਔਰਤਾਂ ਤਾਂ ਤੁਰੰਤ ਘਰ ਵਿੱਚ ਆ ਜਾਂਦੀਆਂ ਨੇ ਅਤੇ ਸਵਾਲ ਜਵਾਬ ਪੁੱਛਦੀਆਂ ਹਨ, ਅਜੀਬ ਨਜ਼ਰਾਂ ਨਾਲ ਦੇਖਦੀਆਂ, ਕਿਉਂਕਿ ਮੇਰੀਆਂ ਦੋਸਤ ਮਾਡਰਨ ਹਨ। ਉਹਨਾਂ ਦਾ ਪਹਿਰਾਵਾ ਵੀ ਉੱਦਾਂ ਦਾ ਹੈ ਤੇ ਇਸ ਮੁਹੱਲੇ ਦੀਆਂ ਔਰਤਾਂ ਨੁਕਸ ਕੱਢਦੀਆਂ ਰਹਿੰਦੀਆਂ ਹਨ। ਮੇਰੀ ਮਾਂ ਨੇ ਜਦੋਂ ਰੇਨੂ ਦੀ ਗੱਲ ਸੁਣੀ ਤਾਂ ਕਹਿਣ ਲੱਗੀ ਕਿ ਨਾ ਰਹੋ, ਅਸੀਂ ਨਾ ਤਾਂ ਤੇਰੀ ਖਾਤਰ ਘਰ ਬਦਲਾਂਗੇ ਤੇ ਨਾ ਹੀ ਆਪਣੇ ਤੌਰ ਤਰੀਕੇ ਬਦਲਾਂਗੇ। ਤੌਰ ਤਰੀਕੇ ਤਾਂ ਤੈਨੂੰ ਬਦਲਣੇ ਚਾਹੀਦੇ ਆ। ਇਹ ਸੁਣ ਕੇ ਰੇਸ਼ਮਾ ਨੂੰ ਬਹੁਤ ਗੁੱਸਾ ਆਇਆ। ਉਹ ਮੇਰੇ ਨਾਲ ਨਾਰਾਜ਼ ਹੋ ਗਈ। ਕਹਿਣ ਲੱਗੀ ਕਿ ਮੈਂ ਇਸੇ ਤਰ੍ਹਾਂ ਦੇ ਮਾਹੌਲ ਵਿੱਚ ਨਹੀਂ ਰਹਿ ਸਕਦੀ ਜਿੱਥੇ ਹਰ ਵਕਤ ਚੈਕ ਹੁੰਦੀ ਆ। ਤੇਰੀ ਮਾਂ ਕੀ ਘੱਟ ਸੀ ਮੇਰਾ ਦਿਮਾਗ ਚੱਟਣ ਦੇ ਲਈ? ਮੁਹੱਲੇ ਦੀਆਂ ਔਰਤਾਂ ਵੀ ਸ਼ੁਰੂ ਹੋ ਜਾਂਦੀਆਂ। ਮੈਂ ਤੈਨੂੰ ਵਿਆਹ ਤੋਂ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੀ। ਮੈਂ 10 ਵਜੇ ਉੱਠ ਕੇ ਬਾਹਰ ਆਉਂਦੀ ਹਾਂ ਤਾਂ ਮੁਹੱਲੇ ਦੀਆਂ ਔਰਤਾਂ ਬੈਠੀਆਂ ਹੁੰਦੀਆਂ ਤੇਰੀ ਮਾਂ ਦੇ ਨਾਲ। ਉਹ ਜਿੱਦਾਂ ਹੀ ਮੈਨੂੰ ਦੇਖਦੀਆਂ ਤੇ ਕਹਿੰਦੀਆਂ ਕਿ ਇਹ ਕੋਈ ਵਕਤ ਆ ਉੱਠਣ ਦਾ, ਅਸੀਂ ਤਾਂ ਆਪਣੇ ਘਰ ਦਾ ਸਾਰਾ ਕੰਮ ਵੀ ਨਿਬੇੜ ਲਿਆ ਤੇ ਤੂੰ ਸੁੱਤੀ ਪਈ ਆ। ਕਦੇ ਕਦੇ ਕਹਿੰਦੀਆਂ ਹਨ ਕਿ ਤੇਰੀ ਸੱਸ ਖੁਦ ਉੱਠ ਕੇ ਨਾਸ਼ਤਾ ਬਣਾ ਰਹੀ ਆ। ਅਸੀਂ ਤਾਂ ਆਪਣੇ ਸੱਸ ਸਹੁਰੇ ਨੂੰ ਸਵੇਰੇ ਤੜਕੇ ਹੀ ਨਾਸ਼ਤਾ ਕਰਵਾ ਦਿੰਦੀ ਹਾਂ। ਬਾਅਦ ਵਿੱਚ ਤੇਰੀ ਮਾਂ ਵੀ ਸ਼ੁਰੂ ਹੋ ਜਾਂਦੀ ਆ ਤੇ ਜੇ ਇਹੀ ਹਾਲ ਰਿਹਾ ਤਾਂ ਸਿੱਧੀ ਜਿਹੀ ਗੱਲ ਆ, ਤੂੰ ਮੈਨੂੰ ਛੱਡ ਦੇ ਤਾਂ ਬਿਹਤਰ ਆ। ਇਹ ਸੁਣ ਕੇ ਮੈਂ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਜਦੋਂ ਤੁਹਾਨੂੰ ਪਤਾ ਕਿ ਰੇਨੂ ਨੂੰ ਇਹ ਸਭ ਪਸੰਦ ਨਹੀਂ ਤਾਂ ਤੁਸੀਂ ਕਿਉਂ ਮੁਹੱਲੇ ਦੀਆਂ ਔਰਤਾਂ ਨੂੰ ਆਪਣੇ ਘਰ ਵਿੱਚ ਬੁਲਾਉਂਦੇ ਹੋ? ਤੇ ਉਹ ਕੌਣ ਹੁੰਦੀਆਂ ਹਨ ਮੇਰੀ ਪਤਨੀ ਨੂੰ ਇਹ ਸਾਰੀਆਂ ਗੱਲਾਂ ਕਰਨ ਵਾਲੀਆਂ? ਆਪਣੇ ਘਰ ਵਿੱਚ ਸਕੂਨ ਨਾਲ ਨਹੀਂ ਰਹਿ ਸਕਦੀਆਂ? ਮਾਂ ਤਾਂ ਮੈਨੂੰ ਗੁੱਸੇ ਦੇ ਨਾਲ ਦੇਖਣ ਲੱਗੀ ਅਤੇ ਕਹਿਣ ਲੱਗੀ ਕਿ ਤੇਰੀ ਪਤਨੀ ਨੂੰ ਅਕਲ ਵਾਲੀ ਗੱਲ ਹੀ ਸਮਝਾਉਂਦੀਆਂ ਹਨ। ਤੇਰੀ ਪਤਨੀ ਤਾਂ ਮੂੰਹ ਬਣਾ ਕੇ ਆਪਣੇ ਕਮਰੇ 'ਚ ਜਾ ਕੇ ਬੈਠ ਜਾਂਦੀ ਆ। ਮੇਰੀ ਮਾਂ ਆਪਣੀ ਗੱਲ ਤੋਂ ਹਟਣ ਦੇ ਲਈ ਤਿਆਰ ਹੀ ਨਹੀਂ ਸੀ। ਰੇਨੂ ਅਤੇ ਮਾਂ ਦੇ ਮਿਜਾਜ ਹੀ ਇੱਕ ਦੂਜੇ ਦੇ ਨਾਲ ਨਹੀਂ ਮਿਲਦੇ ਸੀ। ਬਹੁਤ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਆਪਸ ਵਿੱਚ ਬਣ ਜਾਵੇ, ਪਰ ਨਹੀਂ। ਇੱਕ ਦਿਨ ਕਿਸੇ ਗੱਲ ਤੇ ਰੇਨੂ ਅਤੇ ਮਾਂ ਦਾ ਬਹੁਤ ਵੱਡਾ ਝਗੜਾ ਹੋ ਗਿਆ। ਮੈਂ ਘਰ ਆਇਆ ਤਾਂ ਇੱਕ ਤਮਾਸ਼ਾ ਲੱਗਿਆ ਹੋਇਆ ਸੀ। ਰੇਨੂ ਕਹਿਣ ਲੱਗੀ ਕਿ ਮੈਂ ਇੱਥੇ ਨਹੀਂ ਰਹਿ ਸਕਦੀ, ਮੈਨੂੰ ਅਲੱਗ ਘਰ ਲੈ ਦਿਓ। ਮੈਂ ਆਪਣੀ ਮਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਹਿਣ ਲੱਗੀ ਕਿ ਰਹਿਣ ਦਿਓ ਇਸ ਨੂੰ, ਜਿੱਥੇ ਰਹਿਣਾ ਚਾਹੁੰਦੀ ਆ, ਅਸੀਂ ਇਕੱਲੇ ਹੀ ਗੁਜ਼ਾਰਾ ਕਰ ਲਵਾਂਗੇ, ਪਰ ਆਪਣਾ ਪੁਰਾਣਾ ਮੁਹੱਲਾ ਨਹੀਂ ਛੱਡਾਂਗੇ। ਉਸ ਵਕਤ ਮੈਂ ਰੇਨੂ ਨੂੰ ਬਿਲਕੁਲ ਵੀ ਨਾਰਾਜ਼ ਨਹੀਂ ਕਰ ਸਕਦਾ ਸੀ। ਇਸ ਕਰਕੇ ਮੈਂ ਉਸ ਨੂੰ ਲੈ ਕੇ ਇੱਕ ਨਵੀਂ ਸੁਸਾਇਟੀ ਵਿੱਚ ਛੋਟੇ ਜਿਹੇ ਘਰ 'ਚ ਆ ਗਿਆ, ਜੋ ਕਿ ਡਬਲ ਪੋਸ਼ਨ ਦਾ ਘਰ ਸੀ। ਰੇਨੂ ਬਹੁਤ ਖੁਸ਼ ਸੀ। ਉੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਮਾਡਰਨ ਫੈਮਿਲੀ ਤੋਂ ਤਾਲੁਕ ਰੱਖਦੇ ਸੀ। ਇਸ ਲਈ ਬਹੁਤ ਜਲਦੀ ਮੇਰੀ ਪਤਨੀ ਨੇ ਵੀ ਲੋਕਾਂ ਦੇ ਨਾਲ ਮੇਲ ਜੋਲ ਵਧਾ ਲਿਆ, ਪਰ ਮੇਰੇ ਲਈ ਮੁਸ਼ਕਲ ਵੱਧ ਗਈ ਸੀ ਕਿਉਂਕਿ ਉੱਥੇ ਰਹਿਣ ਵਾਲੇ ਸਾਰੇ ਲੋਕ ਮੇਰੇ ਲਈ ਅਣਜਾਣ ਸੀ। ਇਸ ਲਈ ਮੈਂ ਰੇਨੂ ਨੂੰ ਕਹਿੰਦਾ ਕਿ ਜ਼ਿਆਦਾ ਲੋਕਾਂ ਦੇ ਨਾਲ ਮੇਲ ਜੋਲ ਰੱਖਣਾ ਚੰਗੀ ਗੱਲ ਨਹੀਂ ਆ, ਕਿਉਂਕਿ ਇੱਥੋਂ ਦੇ ਲੋਕ ਮੈਨੂੰ ਜਾਣਦੇ ਨਹੀਂ, ਨਾ ਹੀ ਮੈਂ ਉਹਨਾਂ ਨੂੰ ਜਾਣਦਾ ਹਾਂ। ਨਾ ਜਾਣੇ ਕੌਣ ਨੇ ਤੇ ਕਿੱਦਾਂ ਦੇ ਨੇ, ਪਰ ਇਹਨਾਂ ਨੂੰ ਕਿੱਥੇ ਮੇਰੀ ਕੋਈ ਗੱਲ ਸਮਝਦੀ ਸੀ। ਜਿਸ ਸੁਸਾਇਟੀ ਵਿੱਚ ਮੈਂ ਆਇਆ ਸੀ ਉੱਥੇ ਬਹੁਤ ਸਾਰੇ ਘਰਾਂ ਤਾਂ ਬੰਗਲਿਆਂ ਵਰਗ ਬਣੇ ਹੋਏ ਸੀ, ਪਰ ਉੱਥੇ ਕੁਝ ਮੀਡੀਅਮ ਘਰ ਵੀ ਸੀ। ਇਹਨਾਂ ਵਿੱਚੋਂ ਹੀ ਇੱਕ ਘਰ ਈਸ਼ਾ ਦਾ ਸੀ, ਜੋ ਕਿ ਸਾਡੇ ਬਰਾਬਰ ਹੀ ਬਣਿਆ ਹੋਇਆ ਸੀ। ਉਹ ਔਰਤ ਵੈਸੇ ਤਾਂ ਪੜਦਾ ਕਰਦੀ ਸੀ, ਪਰ ਜਦੋਂ ਮੈਂ ਘਰ ਆਉਂਦਾ ਸੀ ਤਾਂ ਮੈਨੂੰ ਆਪਣੇ ਘਰ ਹੀ ਦਿਖਾਈ ਦਿੰਦੀ ਸੀ। ਰੇਨੂ ਵੀ ਉਸ ਦੇ ਨਾਲ ਗੱਲਾਂ ਕਰਨ ਵਿੱਚ ਬਿਜ਼ੀ ਹੁੰਦੀ ਸੀ। ਨਾ ਰੇਨੂ ਨੂੰ ਮੇਰੇ ਖਾਣੇ ਦੀ ਪਰਵਾਹ ਹੁੰਦੀ ਸੀ ਤੇ ਨਾ ਹੀ ਇਸ ਗੱਲ ਦੀ ਫਿਕਰ ਹੁੰਦੀ ਸੀ ਕਿ ਮੈਂ ਥੱਕਿਆ ਹਾਰਿਆ ਵਾਪਸ ਆਇਆ।
ਉਹ ਬਸ ਆਪਣੀ ਗੁਆਂਢਣ ਦੇ ਨਾਲ ਗੱਲਾਂ ਕਰਦੀ ਨਜ਼ਰ ਆਉਂਦੀ। ਕੁਝ ਦਿਨ ਤਾਂ ਮੈਂ ਇਹ ਸਭ ਤਮਾਸ਼ਾ ਦੇਖਦਾ ਰਿਹਾ, ਪਰ ਫਿਰ ਬਾਅਦ ਵਿੱਚ ਮੈਂ ਰੇਨੂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਤੈਨੂੰ ਮੇਰੇ ਪੁਰਾਣੇ ਮੁਹੱਲੇ ਤੋਂ ਬੜੀ ਪ੍ਰੋਬਲਮ ਹੁੰਦੀ ਸੀ ਕਿ ਉੱਥੇ ਔਰਤਾਂ ਘਰ ਆਉਂਦੀਆਂ ਹਨ, ਪਰ ਤੂੰ ਖੁਦ ਇੱਥੇ ਉਹੀ ਕਰਨ ਲੱਗ ਪਈ ਆਂ। ਮੈਨੂੰ ਨਹੀਂ ਪਸੰਦ ਇਹ ਸਭ, ਇਸ ਕਰਕੇ ਬਿਹਤਰ ਹੋਵੇਗਾ ਕਿ ਜਦੋਂ ਮੈਂ ਘਰ ਆਵਾਂ ਤਾਂ ਮੈਨੂੰ ਕੋਈ ਵੀ ਗੁਆਂਢਣ ਇੱਥੇ ਨਜ਼ਰ ਨਹੀਂ ਆਉਣੀ ਚਾਹੀਦੀ। ਇਹ ਸੁਣ ਕੇ ਰੇਨੂ ਦਾ ਮੂਡ ਖਰਾਬ ਹੋ ਗਿਆ, ਪਰ ਉਸਨੇ ਮੇਰੀ ਗੱਲ ਮੰਨ ਲਈ। ਨਾ ਜਾਣੇ ਕਿਉਂ ਮੈਨੂੰ ਈਸ਼ਾ ਸ਼ੁਰੂ ਤੋਂ ਹੀ ਕੁਝ ਖਾਸ ਪਸੰਦ ਨਹੀਂ ਸੀ। ਵੈਸੇ ਤਾਂ ਦਿਖਾਵੇ ਦੇ ਲਈ ਉਸ ਨੂੰ ਪਰਦਾ ਕਰਨਾ ਬਹੁਤ ਸ਼ੌਂਕ ਸੀ, ਪਰ ਮੈਨੂੰ ਉਸ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀ। ਮੈਂ ਕਦੇ ਵੀ ਉਸ ਨੂੰ ਦੇਖਣ ਦੀ ਕੋਸ਼ਿਸ਼ ਨਾ ਕੀਤੀ ਅਤੇ ਨਾ ਹੀ ਕਦੇ ਉਸ ਨੂੰ ਦੇਖਿਆ। ਮੈਂ ਉਸ ਦੀਆਂ ਨਜ਼ਰਾਂ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੁੰਦਾ, ਕਿਉਂਕਿ ਉਹ ਮੇਰੇ ਘਰ ਵਿੱਚ ਇੱਕ ਚੀਜ਼ ਨੂੰ ਬੜੀ ਹਸਰਤ ਦੇ ਨਾਲ ਦੇਖਦੀ ਅਤੇ ਠੰਡੀਆਂ ਆਹਾਂ ਭਰਦੀ। ਕਦੇ ਕਹਿੰਦੀ ਕਿ ਸਾਡੇ ਘਰ ਤਾਂ ਪੱਖੇ ਹੀ ਲੱਗੇ ਹੋਏ ਹਨ, ਉਹ ਵੀ ਠੀਕ ਤਰ੍ਹਾਂ ਨਹੀਂ ਚੱਲਦੇ। ਉੱਤੋਂ ਮੇਰਾ ਪਤੀ ਕਮਰੇ ਦੀਆਂ ਫਾਲਤੂ ਬੱਤੀਆਂ ਅਤੇ ਪੱਖੇ ਬੰਦ ਕਰਦਾ ਰਹਿੰਦਾ ਹੈ। ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਇੰਨਾ ਬਿੱਲ ਭਰ ਸਕਾਂ। ਤੂੰ ਤਾਂ ਬਹੁਤ ਹੀ ਖੁਸ਼ਨਸੀਬ ਆ ਕਿ ਫਿਰ ਇਹਨੂੰ ਇਸ ਗੱਲ ਤੇ ਇਤਰਾਉਣ ਲੱਗੀ। ਜਦੋਂ ਤੱਕ ਮੈਂ ਰੇਨੂ ਨੂੰ ਮਨਾ ਕੀਤਾ ਕਿ ਉਦੋਂ ਹੀ ਈਸ਼ਾ ਮੇਰੀ ਮੌਜੂਦਗੀ ਵਿੱਚ ਘਰ ਨਹੀਂ ਆਉਂਦੀ ਸੀ। ਇੱਕ ਦਿਨ ਮੈਂ ਖਾਣਾ ਖਾ ਕੇ ਉੱਠਿਆ ਹੀ ਸੀ ਅਤੇ ਰੇਨੂ ਰਸੋਈ ਵਿੱਚ ਬਰਤਨ ਧੋ ਰਹੀ ਸੀ। ਉਦੋਂ ਬਾਹਰ ਦਾ ਦਰਵਾਜ਼ਾ ਵੱਜਿਆ। ਮੈਂ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਈਸ਼ਾ ਖੜੀ ਸੀ। ਉਸਨੇ ਹੱਥ ਵਿੱਚ ਇੱਕ ਪਲੇਟ ਫੜੀ ਸੀ, ਜਿਸ ਨੂੰ ਉਸਨੇ ਦੂਜੀ ਪਲੇਟ ਦੇ ਨਾਲ ਢੱਕਿਆ ਹੋਇਆ ਸੀ। ਕਹਿਣ ਲੱਗੀ, ਸਮਰ ਭਾਈ, ਇਹ ਖੋਏ ਦੀ ਬਰਫੀ ਆ, ਰੇਨੂ ਨੂੰ ਦੇ ਦੇਣਾ ਤੇ ਤੁਸੀਂ ਵੀ ਜ਼ਰੂਰ ਖਾਣਾ। ਮੈਂ ਮਿੱਠੇ ਦਾ ਬਹੁਤ ਸ਼ੌਕੀਨ ਸੀ ਤੇ ਬਰਫੀ ਤਾਂ ਮੈਨੂੰ ਬਹੁਤ ਪਸੰਦ ਸੀ। ਮੈਂ ਉੱਪਰ ਵਾਲੀ ਪਲੇਟ ਚੁੱਕੀ ਅਤੇ ਸੋਫੇ ਤੇ ਬੈਠ ਗਿਆ। ਮੈਂ ਉਹ ਬਰਫੀ ਖਾਧੀ। ਮੈਨੂੰ ਆਪਣਾ ਹੱਥ ਰੋਕਣਾ ਬਹੁਤ ਮੁਸ਼ਕਲ ਲੱਗ ਰਿਹਾ ਸੀ। ਉਹ ਬਹੁਤ ਹੀ ਮਜ਼ੇਦਾਰ ਮਠਿਆਈ ਸੀ। ਰੇਨੂ ਜਦੋਂ ਰਸੋਈ ਵਿੱਚੋਂ ਬਰਤਨ ਧੋ ਕੇ ਆਈ ਤਾਂ ਪੁੱਛਣ ਲੱਗੀ, ਇਹ ਕਿੱਥੋਂ ਆਈ ਆ? ਮੈਂ ਕਿਹਾ, ਤੇਰੀ ਸਹੇਲੀ ਲੈ ਕੇ ਆਈ ਆ। ਇਹ ਸੁਣ ਕੇ ਉਹ ਹੱਸਣ ਲੱਗ ਪਈ ਤੇ ਮੇਰੇ ਨਾਲ ਹੀ ਬੈਠ ਕੇ ਉਹ ਬਰਫੀ ਨੂੰ ਖਾਣ ਲੱਗ ਪਈ। ਉਹ ਬਰਫੀ ਇੰਨੀ ਵਧੀਆ ਸੀ ਕਿ ਮੈਂ ਤਾਂ ਉਂਗਲੀਆਂ ਹੀ ਚੱਟਦਾ ਰਹਿ ਗਿਆ। ਰੇਨੂ ਮੁਸਕਰਾਉਂਦੇ ਹੋਏ ਮੈਨੂੰ ਕਹਿਣ ਲੱਗੀ, ਤੁਸੀਂ ਤਾਂ ਬਿਨਾਂ ਵਜ੍ਹਾ ਹੀ ਮੈਨੂੰ ਈਸ਼ਾ ਤੋਂ ਦੂਰ ਕਰਨ ਤੇ ਤੁਰੇ ਹੋਏ ਸੀ। ਉਹ ਤਾਂ ਬਹੁਤ ਚੰਗੀ ਔਰਤ ਆ, ਇੱਦਾਂ ਦੀਆਂ ਗੱਲਾਂ ਕਰਦੀ ਹੈ ਕਿ ਮੈਂ ਖੁਸ਼ ਹੋ ਜਾਂਦੀ ਆ। ਸੱਚ ਪੁੱਛੋ ਤਾਂ ਉਸਨੇ ਮੈਨੂੰ ਇਕੱਲੇਪਨ ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾ, ਕਿਉਂਕਿ ਈਸ਼ਾ ਸਵੇਰੇ ਹੀ ਇੱਥੇ ਆ ਜਾਂਦੀ ਆ ਤੇ ਫਿਰ ਇੱਦਾਂ ਦੇ ਕਿੱਸੇ ਸੁਣਾਉਂਦੀ ਆ ਕਿ ਮੇਰਾ ਢਿੱਡ ਵਿੱਚ ਦਰਦ ਹੋਣ ਲੱਗ ਜਾਂਦਾ। ਮੈਂ ਰੇਨੂ ਦੀ ਗੱਲ ਸੁਣ ਕੇ ਇੱਕ ਪਲ ਦੇ ਲਈ ਮੈਨੂੰ ਆਪਣੇ ਮਾਂ-ਬਾਪ ਦੀ ਯਾਦ ਆਉਣ ਲੱਗ ਪਈ। ਉਹ ਘਰ ਵਿੱਚ ਇਕੱਲੇ ਰਹਿੰਦੇ ਸੀ। ਮੈਂ ਉਹਨਾਂ ਦੀ ਇਕਲੌਤੀ ਔਲਾਦ ਸੀ ਤੇ ਮੇਰੇ ਇਲਾਵਾ ਉਹਨਾਂ ਦਾ ਕੋਈ ਸਹਾਰਾ ਵੀ ਨਹੀਂ ਸੀ। ਪਰ ਮੈਂ ਰੇਨੂ ਦੀ ਮੁਹੱਬਤ ਵਿੱਚ ਇਸ ਕਦਰ ਪਾਗਲ ਹੋ ਗਿਆ ਸੀ ਕਿ ਮੈਂ ਉਸ ਨੂੰ ਲੈ ਕੇ ਅਲੱਗ ਹੋ ਗਿਆ। ਰੇਨੂ ਮੈਨੂੰ ਉਸ ਦਾ ਦੱਸਿਆ ਹੋਇਆ ਕਿੱਸਾ ਸੁਣਾ ਰਹੀ ਸੀ ਅਤੇ ਹੱਸ ਰਹੀ ਸੀ, ਜਦ ਕਿ ਮੇਰੇ ਚਿਹਰੇ ਦਾ ਬਿਲਕੁਲ ਉਦਾਸ ਹੋ ਗਿਆ ਸੀ। ਮੇਰੇ ਹੱਥ ਵਿੱਚ ਜੋ ਬਰਫੀ ਦਾ ਬਚਿਆ ਹੋਇਆ ਛੋਟਾ ਜਿਹਾ ਟੁਕੜਾ ਸੀ, ਮੈਂ ਵਾਪਸ ਪਲੇਟ 'ਚ ਰੱਖ ਦਿੱਤਾ। ਰੇਨੂ ਨੇ ਨੋਟ ਕਰ ਲਿਆ ਤੇ ਮੇਰਾ ਮੂਡ ਖਰਾਬ ਹੋ ਗਿਆ। ਕਹਿਣ ਲੱਗੀ, ਕੀ ਹੋਇਆ, ਤੁਸੀਂ ਅਚਾਨਕ ਤੋਂ ਸੀਰੀਅਸ ਕਿਉਂ ਹੋ ਗਏ? ਪਰ ਮੇਰਾ ਦਿਮਾਗ ਖਰਾਬ ਹੋ ਚੁੱਕਿਆ ਸੀ। ਮੈਂ ਕਹਿਣ ਲੱਗਾ ਕਿ ਇੱਥੇ ਤਾਂ ਤੂੰ ਬੜੇ ਤਾਲੁਕ ਬਣਾ ਕੇ ਲੋਕਾਂ ਨਾਲ ਹੱਸਦੀ ਹੈ, ਬੋਲਦੀਆਂ, ਗੱਲਾਂ ਕਰਦੀਆਂ, ਤੈਨੂੰ ਤਾਨੇ ਵੀ ਮਾਰੇ ਨੇ ਤੇ ਤੂੰ ਬੜੇ ਚੰਗੇ ਤਰੀਕੇ ਨਾਲ ਹੈਂਡਲ ਕਰ ਲੈਂਦੀ ਆ। ਪਰ ਉੱਥੇ ਮੇਰੇ ਮਾਂ-ਬਾਪ ਦੇ ਕੋਲ ਜੇਕਰ ਤੈਨੂੰ ਕੋਈ ਕੁਝ ਕਹਿ ਵੀ ਦਿੰਦਾ ਤਾਂ ਤੂੰ ਕਿੱਦਾਂ ਚਿੜਦੀ ਸੀ। ਇੱਥੋਂ ਤੱਕ ਕਿ ਮੇਰੀ ਮਾਂ ਦੇ ਨਾਲ ਵੀ ਕਿੰਨੀ ਬਦਤਮੀਜ਼ੀ ਕਰ ਜਾਂਦੀ ਸੀ ਅਤੇ ਮੈਂ ਠਹਿਰਿਆ ਪਾਗਲ ਬੇਵਕੂਫ ਇਸ ਕਦਰ ਅੱਖਾਂ ਬੰਦ ਕਰ ਚੁੱਕਿਆ ਸੀ ਕਿ ਤੇਰੀਆਂ ਗੱਲਾਂ ਤੇ ਯਕੀਨ ਕਰਦਾ ਰਿਹਾ। ਮੇਰੇ ਮਾਂ-ਬਾਪ ਇੱਥੇ ਹੀ ਇਕੱਲੇ ਰਹਿ ਰਹੇ ਨੇ, ਹਾਲਾਂਕਿ ਇਸ ਉਮਰ ਵਿੱਚ ਤਾਂ ਉਹਨਾਂ ਨੂੰ ਸਾਡੇ ਨਾਲ ਰਹਿਣਾ ਚਾਹੀਦਾ ਸੀ। ਮੇਰੀ ਇਹ ਗੱਲ ਸੁਣ ਕੇ ਰੇਨੂ ਦੇ ਤਾਂ ਤੇਵਰ ਚੜ੍ਹ ਚੁੱਕੇ ਸੀ ਤੇ ਇੱਦਾਂ ਸਾਡੇ ਵਿੱਚ ਇੱਕ ਬਹਿਸ ਛਿੜ ਗਈ। ਲੜਦੇ ਗੱਲ ਇਸ ਤਾਂ ਹੱਦ ਤੱਕ ਅੱਗੇ ਵੱਧ ਗਈ ਕਿ ਮੈਂ ਰੇਨੂ ਨੂੰ ਚੁੱਪ ਕਰਾਉਣ ਦੇ ਲਈ ਉਸ ਦਾ ਮੂੰਹ ਦਬਾ ਰੱਖਿਆ ਸੀ। ਅੱਜ ਤੋਂ ਪਹਿਲਾਂ ਮੈਂ ਕਦੇ ਵੀ ਰੇਨੂ ਤੇ ਇੰਨਾ ਗੁੱਸਾ ਨਹੀਂ ਕੀਤਾ ਸੀ, ਬਲਕਿ ਉਸ ਦੀ ਹਰ ਗੱਲ ਨੂੰ ਚਾਹੇ ਉਹ ਚੰਗੀ ਹੋਵੇ ਜਾਂ ਬੁਰੀ ਚੁੱਪ ਕਰਕੇ ਮੰਨ ਲੈਂਦਾ ਸੀ। ਮੈਂ ਜਦ ਉਸ ਦਾ ਮੂੰਹ ਦਬੋਚਿਆ ਤਾਂ ਉਸ ਦੀਆਂ ਅੱਖਾਂ 'ਚ ਬੇਯਕੀਨੀ ਸੀ। ਅਗਲੇ ਹੀ ਪਲ ਉਸ ਦੀਆਂ ਅੱਖਾਂ 'ਚ ਅੱਥਰੂ ਡਿੱਗਣ ਲੱਗੇ। ਨਹੀਂ ਤਾਂ ਅੱਜ ਤੋਂ ਪਹਿਲਾਂ ਤਾਂ ਮੈਂ ਉਸ ਨੂੰ ਕਦੇ ਰੋਣ ਵੀ ਨਹੀਂ ਦਿੱਤਾ ਸੀ। ਉਸ ਦੀਆਂ ਅੱਖਾਂ 'ਚੋਂ ਅੱਥਰੂ ਡਿੱਗ ਰਹੇ ਸੀ। ਮੈਂ ਤੁਰੰਤ ਆਪਣੇ ਹੱਥ ਪਿੱਛੇ ਕਰ ਦਿੱਤੇ ਤੇ ਉਹ ਰੋਂਦੇ ਹੋਏ ਆਪਣੇ ਕਮਰੇ 'ਚ ਚਲੀ ਗਈ ਤੇ ਕਹਿਣ ਲੱਗੀ, ਹਾਂ ਹੁਣ ਤੂੰ ਇਹ ਸਭ ਕਰੇਂਗਾ? ਤੇਰੀ ਮਾਂ ਨੇ ਤਾਂ ਜਿੱਦਾਂ ਲੱਗਦਾ ਤੈਨੂੰ ਕੋਈ ਤਵੀਤ ਘੋਲ ਕੇ ਪਿਲਾ ਦਿੱਤਾ ਤੇ ਤੂੰ ਮੇਰੇ ਨਾਲ ਖੁਸ਼ ਨਹੀਂ ਰਹਿ ਸਕਦਾ। ਉਹਨਾਂ ਤੋਂ ਦੂਰ ਹੋ ਕੇ ਇਸ ਦੇ ਬਾਵਜੂਦ ਮੇਰੇ ਤੇ ਇਦਾਂ ਜ਼ੁਲਮ ਕਰ ਰਹੇ ਹੋ। ਨਾ ਜਾਣੇ ਤੇਰੇ ਮਾਂ-ਬਾਪ ਕੀ ਚਾਹੁੰਦੇ ਨੇ। ਮੈਂ ਵੀ ਸਿਰ ਫੜ ਕੇ ਬੈਠ ਚੁੱਕਿਆ ਸੀ ਕਿ ਅਚਾਨਕ ਮੈਨੂੰ ਕੀ ਹੋ ਗਿਆ। ਅਜੀਬ ਜਿਹੀ ਬੇਚੈਨੀ ਨੇ ਮੈਨੂੰ ਜਕੜ ਲਿਆ ਸੀ। ਖੈਰ ਰੇਨੂ ਮੇਰੇ ਨਾਲ ਨਾਰਾਜ਼ ਸੀ ਅਤੇ ਜੇਕਰ ਮੈਂ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਹੋਰ ਜ਼ਿਆਦਾ ਚਿੜ ਜਾਂਦੀ।
ਅਗਲੇ ਦਿਨ ਮੈਂ ਚੁੱਪ ਕਰਕੇ ਉੱਠਿਆ ਤੇ ਬਗੈਰ ਨਾਸ਼ਤਾ ਕੀਤੇ ਹੀ ਘਰ ਤੋਂ ਚਲਾ ਗਿਆ। ਸੋਚਿਆ ਕਿ ਅੱਜ ਘਰ ਜਲਦੀ ਆ ਜਾਵਾਂਗਾ ਤੇ ਰੇਨੂ ਦੇ ਨਾਲ ਬਾਹਰ ਡਿਨਰ ਉਸਦੇ ਫੇਵਰੇਟ ਰੈਸਟੋਰੈਂਟ ਵਿੱਚ ਕਰਾਂਗਾ। ਪਰ ਜਿੱਦਾਂ ਹੀ ਮੈਂ ਅੱਜ ਜਲਦੀ ਘਰ ਆਇਆ ਤਾਂ ਮੈਨੂੰ ਘਰ ਵਿੱਚ ਇੱਕ ਵਾਰ ਫਿਰ ਤੋਂ ਈਸ਼ਾ ਦੀਆਂ ਹੱਸਦੀਆਂ ਖਿਲਖਿਲਾਉਂਦੀਆਂ ਹੋਈਆਂ ਆਵਾਜ਼ਾਂ ਆ ਰਹੀਆਂ ਸੀ। ਉਹ ਮੇਰੀ ਪਤਨੀ ਦੇ ਨਾਲ ਬੈਠੀ ਗੱਲਾਂ ਕਰ ਰਹੀ ਸੀ। ਮੈਂ ਕਮਰੇ ਵਿੱਚ ਜਾਣਾ ਠੀਕ ਨਾ ਸਮਝਿਆ ਤੇ ਲੌਬੀ ਵਿੱਚ ਬੈਠ ਗਿਆ। ਉਦੋਂ ਮੈਨੂੰ ਈਸ਼ਾ ਦੀ ਗੱਲ ਸੁਣਾਈ ਦਿੱਤੀ ਤੇ ਮੈਂ ਹੱਕਾ ਬੱਕਾ ਰਹਿ ਗਿਆ। ਉਹ ਕਹਿਣ ਲੱਗੀ, ਤੇਰਾ ਪਤੀ ਤਾਂ ਕਿੰਨਾ ਖਿਆਲ ਰੱਖਦਾ ਤੇਰਾ, ਤੂੰ ਬਿਨਾਂ ਵਜ੍ਹਾ ਹੀ ਉਸ 'ਤੇ ਗੁੱਸਾ ਕਰਦੀ ਰਹਿੰਦੀ ਆ। ਇੰਨੀ ਮੁਹੱਬਤ ਕਰਨ ਵਾਲਾ ਪਤੀ ਮੈਨੂੰ ਮਿਲਿਆ ਹੁੰਦਾ ਤਾਂ ਮੈਂ ਉਸਦੇ ਪੈਰ ਧੋ ਧੋ ਕੇ ਪੀਂਦੀ। ਦੇਖਣਾ ਤੇਰੇ ਕਹਿਣ 'ਤੇ ਘਰ ਅਲੱਗ ਲੈ ਲਿਆ, ਹਰ ਆਰਾਮ ਦਿੱਤਾ ਤੇ ਇੱਕ ਮੇਰਾ ਪਤੀ ਆ ਜੋ ਹਰ ਵੇਲੇ ਮੇਰੇ ਨਾਲ ਲੜਦਾ ਹੀ ਰਹਿੰਦਾ। ਜੇਕਰ ਭੁੱਲ ਭੁਲੇਖੇ ਕਿਸੇ ਚੀਜ਼ ਦੀ ਫਰਮਾਇਸ਼ ਕਰ ਵੀ ਦਿੰਦੀ ਆ ਤਾਂ ਉਸਦੀ ਜੇਬ ਇੰਨੀ ਵੀ ਇਜਾਜ਼ਤ ਨਹੀਂ ਦਿੰਦੀ ਕਿ ਮੈਨੂੰ ਸਾਹਮਣੇ ਵਾਲੇ ਠੇਲੇ ਤੋਂ ਇੱਕ ਚਾਟ ਦੀ ਪਲੇਟ ਹੀ ਲਿਆ ਕੇ ਦੇ ਸਕੇ। ਈਸ਼ਾ ਦੀ ਗੱਲ ਸੁਣ ਕੇ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਹੋਈ। ਉਹ ਵਾਕਈ ਬਹੁਤ ਗਰੀਬ ਲੱਗਦੀ ਸੀ। ਉਹ ਥੋੜ੍ਹੀ ਦੇਰ ਬਾਅਦ ਉੱਠ ਕੇ ਬਾਹਰ ਆਈ ਤਾਂ ਮੈਂ ਲੌਬੀ ਵਿੱਚ ਟੀਵੀ ਲਗਾ ਕੇ ਬੈਠਾ ਸੀ। ਉਸਨੇ ਆਪਣਾ ਚਿਹਰਾ ਖੁੱਲ੍ਹਾ ਰੱਖਿਆ ਹੋਇਆ ਸੀ ਤੇ ਅੱਜ ਤਾਂ ਉਸਨੇ ਆਪਣਾ ਚਿਹਰਾ ਢੱਕਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਹਾਂ, ਪਰ ਇੱਕ ਸੈਕਿੰਡ ਤੋਂ ਇਲਾਵਾ ਮੈਂ ਦੁਬਾਰਾ ਉਸਦੇ ਚਿਹਰੇ 'ਤੇ ਨਜ਼ਰ ਨਾ ਮਾਰੀ। ਰੇਨੂ ਦਾ ਮੂਡ ਖਰਾਬ ਸੀ। ਮੈਂ ਉਸਦੇ ਨਾਲ ਡਿਨਰ ਦੀ ਗੱਲ ਕੀਤੀ ਤਾਂ ਉਹ ਖੁਸ਼ ਹੋ ਗਈ ਤੇ ਫਿਰ ਉਸਨੇ ਮੈਚਿੰਗ ਕੱਪੜੇ ਪਾਏ। ਅਸੀਂ ਜਿੱਦਾਂ ਹੀ ਘਰੋਂ ਬਾਹਰ ਜਾਣ ਲੱਗੇ ਤਾਂ ਇੱਕ ਵਾਰ ਫਿਰ ਈਸ਼ਾ ਉੱਥੇ ਖੜੀ ਸੀ। ਉਸਦੇ ਹੱਥ ਵਿੱਚ ਪਲੇਟ ਸੀ। ਉਹ ਕਹਿਣ ਲੱਗੀ ਕਿ ਅੱਜ ਦੋਨੋਂ ਤੁਸੀਂ ਕਿੱਥੇ ਜਾ ਰਹੇ ਹੋ? ਰੇਨੂ ਤੁਰੰਤ ਚਾਹ ਕੇ ਕਹਿਣ ਲੱਗੀ ਕਿ ਅਸੀਂ ਤਾਂ ਦੋਨੋਂ ਬਾਹਰ ਡਿਨਰ ਕਰਨ ਜਾ ਰਹੇ ਹਾਂ। ਇਹ ਦੇਖ ਕੇ ਈਸ਼ਾ ਨੇ ਇੱਕ ਠੰਡੀ ਆਹ ਭਰੀ ਤੇ ਕਹਿਣ ਲੱਗੀ ਕਿ ਹਾਂ ਅਮੀਰ ਲੋਕ, ਸਾਨੂੰ ਕਿੱਥੇ ਨਸੀਬ ਰੈਸਟੋਰੈਂਟ ਵਿੱਚ ਜਾ ਕੇ ਖਾਣਾ ਖਾਣਾ। ਖੈਰ ਮੈਂ ਤੁਹਾਡੇ ਲਈ ਮਠਿਆਈ ਲਿਆਈ ਸੀ। ਇਹ ਕਹਿ ਕੇ ਉਸਨੇ ਇੱਕ ਵਾਰ ਫਿਰ ਉਹ ਪਲੇਟ ਸਾਡੇ ਵੱਲ ਵਧਾਈ। ਮੈਂ ਤਾਂ ਉਹ ਮਠਿਆਈ ਦੇਖ ਕੇ ਜਿੱਦਾਂ ਪਾਗਲ ਜਿਹਾ ਹੋ ਗਿਆ ਸੀ। ਤੁਰੰਤ ਪਲੇਟ ਫੜ ਕੇ ਉਸ ਦਾ ਸ਼ੁਕਰੀਆ ਅਦਾ ਕਰਦੇ ਹੋਏ ਇੱਕ ਟੁਕੜਾ ਚੁੱਕ ਕੇ ਖਾਣ ਲੱਗਾ। ਉਹ ਮਠਿਆਈ ਵਾਕਈ ਬਹੁਤ ਚੰਗੀ ਸੀ। ਉਹ ਖਾਣ ਤੋਂ ਬਾਅਦ ਜਦੋਂ ਅਸੀਂ ਆਪਣੀ ਗੱਡੀ ਵਿੱਚ ਜਾਣ ਦੇ ਲਈ ਬੈਠੇ ਤਾਂ ਗੱਡੀ ਸਟਾਰਟ ਹੀ ਨਹੀਂ ਹੋ ਰਹੀ ਸੀ। ਇੱਦਾਂ ਲੱਗ ਰਿਹਾ ਸੀ ਜਿੱਦਾਂ ਇਸ ਵਿੱਚ ਕੋਈ ਖਰਾਬੀ ਹੋ ਗਈ ਹੋਵੇ। ਅੱਧੇ ਘੰਟੇ ਤੱਕ ਮੈਂ ਕੋਸ਼ਿਸ਼ ਕਰਦਾ ਰਿਹਾ ਪਰ ਗੱਡੀ ਸਟਾਰਟ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਅਤੇ ਮੈਨੂੰ ਕੋਈ ਖਰਾਬੀ ਵੀ ਨਹੀਂ ਮਿਲ ਰਹੀ ਸੀ। ਫਿਰ ਨਾ ਜਾਣੇ ਕੀ ਮਸਲਾ ਸੀ। ਆਖਿਰ ਰੇਨੂ ਦਾ ਮੂਡ ਖਰਾਬ ਹੋ ਗਿਆ। ਉਹ ਗੱਡੀ ਤੋਂ ਉਤਰੀ ਤੇ ਆਪਣੀ ਹਾਈ ਹੀਲ ਦੇ ਨਾਲ ਮੇਰੀ ਗੱਡੀ ਦੇ ਬੋਨਟ 'ਤੇ ਮਾਰਨ ਲੱਗੀ। ਕਹਿਣ ਲੱਗੀ, ਇਹ ਬੇਕਾਰ ਕਵਾੜ ਜਿਹੀ ਗੱਡੀ ਆਖਰ ਤੂੰ ਵੇਚ ਕਿਉਂ ਨਹੀਂ ਦਿੰਦਾ? ਮੇਰਾ ਸਾਰਾ ਮੂਡ ਖਰਾਬ ਕਰ ਦਿੱਤਾ। ਕੀ ਸੋਚਿਆ ਸੀ ਤੇ ਕੀ ਹੋਇਆ? ਉਸਨੇ ਗੱਡੀ ਦੀ ਬੋਨਟ 'ਤੇ ਚੰਗਾ ਭਲਾ ਨਿਸ਼ਾਨ ਪਾ ਦਿੱਤਾ ਤੇ ਉਹ ਗੱਡੀ ਦੇ ਸ਼ੀਸ਼ੇ ਵਿੱਚ ਆਪਣਾ ਪਰਸ ਮਾਰ ਕੇ ਉਸ 'ਤੇ ਵੀ ਸਕ੍ਰੈਚ ਪਾਉਣ ਵਿੱਚ ਲੱਗੀ ਸੀ। ਇਹ ਦੇਖ ਕੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਉੱਥੇ ਹੀ ਗਲੀ ਵਿੱਚ ਉਸ ਨੂੰ ਗੁੱਸੇ ਨਾਲ ਬੋਲਣ ਲੱਗ ਪਿਆ ਕਿ ਆਖਰ ਤੇਰਾ ਮਸਲਾ ਕੀ ਆ? ਪਾਗਲ ਕਿਉਂ ਹੋ ਜਾਂਦੀ ਆ? ਜੇਕਰ ਖਰਾਬ ਹੋ ਗਈ ਆ ਤਾਂ ਕੀ ਹੋ ਗਿਆ? ਮਸ਼ੀਨਰੀ ਆ, ਇਹਦੇ ਵਿੱਚ ਮੇਰਾ ਕੀ ਕਸੂਰ ਆ? ਅਸੀਂ ਤਾਂ ਗਲੀ ਵਿੱਚ ਹੀ ਲੜਨਾ ਸ਼ੁਰੂ ਕਰ ਚੁੱਕੇ ਸੀ। ਸਾਡੇ ਰੌਲੇ ਦੀ ਆਵਾਜ਼ ਸੁਣ ਈਸ਼ਾ ਵੀ ਦੀਵਾਰ ਤੋਂ ਝਾਕ ਕੇ ਦੇਖਣ ਲੱਗੀ। ਹਾਂ, ਪਰ ਬੋਲੀ ਕੁਝ ਨਹੀਂ। ਰੇਨੂ ਰੌਲਾ ਪਾਉਂਦੀ ਹੋਈ ਪੈਰ ਜ਼ੋਰ-ਜ਼ੋਰ ਦੀ ਮਾਰਦੀ ਘਰ ਵਾਪਸ ਆ ਚੁੱਕੀ ਸੀ। ਮੈਂ ਆਪਣੀ ਗੱਡੀ ਨੂੰ ਦੇਖਦਾ ਰਹਿ ਗਿਆ ਕਿ ਆਖਿਰ ਇਸ ਨੂੰ ਹੋ ਕੀ ਗਿਆ। ਅਗਲੇ ਦਿਨ ਮਕੈਨਿਕ ਦੇ ਕੋਲ ਗਿਆ ਤਾਂ ਤੁਰੰਤ ਸਟਾਰਟ ਹੋ ਗਈ। ਮੈਨੂੰ ਤਾਂ ਕੁਝ ਅਜੀਬ ਜਿਹੀ ਚਿੜ ਹੋਣ ਲੱਗੀ। ਨਾ ਜਾਣੇ ਅਚਾਨਕ ਉਹ ਕੀ ਹੁੰਦਾ ਜਾ ਰਿਹਾ ਸੀ। ਇੱਕ ਦਿਨ ਤਾਂ ਮੈਨੂੰ ਬੌਸ ਤੋਂ ਵੀ ਚੰਗੀਆਂ ਭਲੀਆਂ ਝੜਕਾਂ ਪਈਆਂ। ਉਹ ਇੰਨੇ ਗੁੱਸੇ ਵਿੱਚ ਸੀ ਕਿ ਮੈਨੂੰ ਆਫਿਸ ਤੋਂ ਜਾਣ ਦੇ ਲਈ ਕਹਿ ਦਿੱਤਾ। ਕਹਿਣ ਲੱਗੇ ਕਿ ਆਖਰੀ ਵਾਰ ਨੀਗਾ, ਜੇਕਰ ਤੇਰਾ ਕੰਮ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਮੈਂ ਤੈਨੂੰ ਜੌਬ ਤੋਂ ਕੱਢ ਦੇਵਾਂਗਾ। ਉੱਥੇ ਪਰੇਸ਼ਾਨੀਆਂ ਵਿੱਚ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਘਰ ਵਿੱਚ ਦਾਖਲ ਹੋਇਆ ਤਾਂ ਸੁਸਾਇਟੀ ਦੀਆਂ ਕਈ ਔਰਤਾਂ ਮੇਰੇ ਘਰ ਵਿੱਚ ਬੈਠੀਆਂ ਹੋਈਆਂ ਸੀ। ਮੇਰੀ ਪਤਨੀ ਉਹਨਾਂ ਨੂੰ ਮਹਿੰਗੇ ਗਿਫਟ ਦਿਖਾ ਰਹੀ ਸੀ ਜੋ ਕੁਝ ਹੀ ਦਿਨ ਪਹਿਲਾਂ ਉਸਦੇ ਪੇਕਿਆਂ ਵੱਲੋਂ ਆਏ ਸੀ। ਸਾਰੀਆਂ ਔਰਤਾਂ ਉਸਦਾ ਸਮਾਨ ਅਤੇ ਚੀਜ਼ਾਂ ਦੇਖ ਕੇ ਜਲਨ ਮਹਿਸੂਸ ਕਰ ਰਹੀਆਂ ਸੀ। ਮੈਨੂੰ ਰੇਨੂ ਦੀ ਇਹ ਆਦਤ ਬਹੁਤ ਬੁਰੀ ਲੱਗਦੀ ਸੀ ਕਿ ਦੂਜਿਆਂ ਦੇ ਸਾਹਮਣੇ ਆਪਣਾ ਆਪ ਵਧਾ ਚੜਾ ਕੇ ਦਿਖਾਉਣਾ। ਜੇ ਉਸ ਪ੍ਰਮਾਤਮਾ ਨੇ ਦਿੱਤਾ ਹੈ ਤਾਂ ਸ਼ੁਕਰਾਨਾ ਕਰਨਾ ਚਾਹੀਦਾ, ਨਾ ਕਿ ਦੂਜਿਆਂ ਨੂੰ ਦਿਖਾ ਕੇ ਉਹਨਾਂ ਨੂੰ ਸਾੜਨਾ ਚਾਹੀਦਾ। ਜਿੱਦਾਂ ਹੀ ਉਹ ਔਰਤਾਂ ਗਈਆਂ ਮੈਂ ਫਿਰ ਰੇਨੂ ਨਾਲ ਬਹਿਸ ਕਰਨ ਲੱਗ ਪਿਆ। ਇੱਕ ਤਾਂ ਉੱਦਾਂ ਵੀ ਬੌਸ ਦੇ ਵਜ੍ਹਾ ਨਾਲ ਪਰੇਸ਼ਾਨ ਸੀ, ਉੱਪਰੋਂ ਰੇਨੂ ਦੀ ਇਹ ਆਦਤ ਮੈਨੂੰ ਹੋਰ ਗੁੱਸਾ ਚੜ੍ਹਾ ਚੁੱਕੀ ਸੀ। ਮੈਂ ਕਹਿਣ ਲੱਗਾ, ਕਿਉਂ ਤੂੰ ਦੂਜਿਆਂ ਦੇ ਸਾਹਮਣੇ ਆਪਣਾ ਸਮਾਨ ਅਤੇ ਚੀਜ਼ਾਂ ਦੀ ਨੁਮਾਇਸ਼ ਕਰਦੀ ਰਹਿੰਦੀ ਆ? ਇਹ ਬੁਰੀ ਆਦਤ ਹੁੰਦੀ ਆ। ਪਰ ਇੱਕ ਵਾਰ ਫਿਰ ਹਮੇਸ਼ਾ ਦੀ ਤਰ੍ਹਾਂ ਮੇਰੀ ਪਤਨੀ ਮੇਰੇ ਉੱਪਰ ਬਰਸ ਪਈ। ਕਿੰਨੀ ਦੇਰ ਲੜਾਈ ਹੁੰਦੀ ਰਹੀ ਤੇ ਲੜਦੇ ਅਸੀਂ ਇਹ ਵੀ ਭੁੱਲ ਗਏ ਕਿ ਈਸ਼ਾ ਸਾਡੀ ਗੈਲਰੀ ਵਿੱਚ ਖੜੀ ਮੁਸਕਰਾ ਰਹੀ ਸੀ। ਜਿੱਦਾਂ ਹੀ ਮੇਰੀ ਨਜ਼ਰ ਈਸ਼ਾ 'ਤੇ ਪਈ ਮੈਂ ਤੁਰੰਤ ਚੁੱਪ ਹੋ ਗਿਆ। ਇੱਕ ਵਾਰ ਫਿਰ ਉਸ ਦੇ ਹੱਥ ਵਿੱਚ ਬਰਫੀ ਸੀ ਤੇ ਪਹਿਲੀ ਵਾਰ ਗੁੱਸੇ ਵਿੱਚ ਮੇਰਾ ਦਿਮਾਗ ਚੱਲ ਗਿਆ
ਕਿ ਇਹ ਇੰਨੀ ਗਰੀਬ ਹਰ ਵਕਤ ਪੈਸਿਆਂ ਦੇ ਲਈ ਰੋਂਦੀ ਰਹਿੰਦੀ, ਭਲਾ ਰੋਜ਼-ਰੋਜ਼ ਇੰਨੀ ਮਹਿੰਗੀ ਮਠਿਆਈ ਕਿੱਥੋਂ ਲੈ ਕੇ ਆਉਂਦੀ ਆ। ਆਖਰ ਇਸ ਦੇ ਕੋਲ ਇੰਨੇ ਪੈਸੇ ਕਿੱਥੋਂ ਆਉਂਦੇ ਆ ਜੋ ਰੋਜ਼ ਖੋਏ ਵਾਲੀ ਬਰਫੀ ਲਿਆਉਂਦੀ ਆ, ਫਿਰ ਸਾਨੂੰ ਵੀ ਦੇਣ ਆਉਂਦੀ ਆ। ਉਸਨੇ ਪਲੇਟ ਉੱਥੇ ਹੀ ਰੱਖੀ ਤੇ ਚੁੱਪ ਕਰਕੇ ਉੱਥੋਂ ਚਲੀ ਗਈ। ਉਹ ਜਾਣਦੀ ਸੀ ਕਿ ਸਾਡੇ ਵਿੱਚ ਅੱਜ ਲੜਾਈ ਹੋ ਰਹੀ ਆ, ਪਰ ਜਾਂਦੇ ਜਾਂਦੇ ਉਸਨੇ ਪਲੇਟ ਤੇ ਮੈਨੂੰ ਇੱਕ ਵਾਰ ਜ਼ਰੂਰ ਦੇਖਿਆ ਸੀ। ਉਸ ਦੀਆਂ ਅੱਖਾਂ 'ਚ ਕੁਝ ਸੀ ਜਿਸ ਨੇ ਇੱਕ ਪਲ ਦੇ ਲਈ ਮੈਨੂੰ ਕੁਝ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਸੀ। ਮੇਰਾ ਦਿਮਾਗ 'ਚ ਗੁੱਸੇ ਵਿੱਚ ਕੰਮ ਕਰਨ ਲੱਗਾ, ਪਰ ਜਦੋਂ ਤੋਂ ਉਹ ਸਾਨੂੰ ਬਰਫੀ ਦੇਣ ਲਈ ਆ ਰਹੀ ਸੀ, ਸਾਡੇ ਘਰ ਵਿੱਚ ਜਿੱਦਾਂ ਸਕੂਨ ਖਤਮ ਹੋ ਰਿਹਾ ਸੀ। ਇੱਕ ਤਾਂ ਉਹ ਇੰਨੀ ਗਰੀਬ ਸੀ, ਜਾਂ ਤਾਂ ਫਿਰ ਉਹ ਝੂਠ ਬੋਲ ਰਹੀ ਸੀ, ਕਿਉਂਕਿ ਅਕਸਰ ਮੈਂ ਖੁਦ ਉਸਦੇ ਘਰ ਦੇ ਰੌਲੇ ਰੱਪੇ, ਲੜਾਈ ਝਗੜੇ ਦੀਆਂ ਆਵਾਜ਼ਾਂ ਸੁਣੀਆਂ ਸੀ। ਉਹ ਅਕਸਰ ਆਪਣੀ ਪਤਨੀ ਨਾਲ ਇਸ ਗੱਲ ਤੇ ਲੜਦੀ ਸੀ, ਮੈਨੂੰ ਉਹ ਚੀਜ਼ ਨਹੀਂ ਚਾਹੀਦੀ, ਮੈਨੂੰ ਕੱਲ ਉਹ ਚੀਜ਼ ਲਿਆ ਕੇ ਦੇ, ਜਦ ਕਿ ਉਸਦਾ ਪਤੀ ਕਈ ਵਾਰ ਡੰਡਾ ਚੁੱਕ ਕੇ ਉਸਨੂੰ ਕੁੱਟਣਾ ਵੀ ਸ਼ੁਰੂ ਕਰ ਦਿੰਦਾ ਸੀ ਤੇ ਇਹੀ ਕਹਿੰਦਾ ਸੀ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਜੋ ਤੇਰੇ ਕੋਲ ਆ ਉਸੇ ਪਰ ਤੇ ਸ਼ੁਕਰ ਅਦਾ ਕਰਿਆ ਕਰ। ਮੇਰਾ ਦਿਮਾਗ ਘੁੰਮ ਚੁੱਕਿਆ ਸੀ ਕਿ ਉਹ ਬਰਫੀ ਜਦੋਂ ਮੇਰੀ ਪਤਨੀ ਖਾਣ ਲੱਗੀ ਤਾਂ ਮੈਂ ਤੁਰੰਤ ਉਸਦਾ ਹੱਥ ਰੋਕ ਦਿੱਤਾ। ਮੈਂ ਕਿਹਾ ਕਿ ਹਰਗਿਜ਼ ਨਹੀਂ, ਅੱਜ ਤੱਕ ਅਸੀਂ ਆਪਸ ਵਿੱਚ ਇੰਨਾ ਨਹੀਂ ਲੜੇ ਜਿੰਨਾ ਕੁਝ ਦਿਨਾਂ ਤੋਂ ਲੜ ਰਹੇ ਸੀ। ਜਦੋਂ ਤੋਂ ਸਾਡੇ ਘਰ ਵਿੱਚ ਮਠਿਆਈ ਆ ਰਹੀ ਸੀ, ਉਦੋਂ ਤੋਂ ਹੀ ਸਾਡੀਆਂ ਲੜਾਈਆਂ ਜ਼ਿਆਦਾ ਵੱਧ ਚੁੱਕੀਆਂ ਸੀ। ਕਿਤੇ ਈਸ਼ਾ ਇਸ ਵਿੱਚ ਕੁਝ ਮਿਲਾਉਂਦੀ ਤਾਂ ਨਹੀਂ। ਇਹ ਸੁਣ ਕੇ ਰੇਨੂ ਦੀ ਇੱਕ ਪਲ ਲਈ ਮੇਰੇ ਚਿਹਰੇ ਵੱਲ ਵੇਖਣ ਲੱਗੀ, ਫਿਰ ਤੁਰੰਤ ਬੋਲੀ, ਨਹੀਂ, ਇੱਦਾਂ ਬਿਲਕੁਲ ਨਹੀਂ ਹੋ ਸਕਦਾ। ਉਹ ਭਲਾ ਇੱਦਾਂ ਕਿਉਂ ਕਰੂਗੀ? ਉਹ ਤਾਂ ਮੇਰੇ ਘਰ ਮੇਰੀ ਹਰ ਚੀਜ਼ ਨੂੰ ਬੜੀਆਂ ਤਾਰੀਫਾਂ ਕਰਦੀ ਆ, ਫਿਰ ਤੇਰੀ ਵੀ ਤਾਂ ਤਾਰੀਫ 'ਚ ਜ਼ਮੀਨ ਅਸਮਾਨ ਇੱਕ ਕਰ ਦਿੰਦੀ ਆ। ਭਲਾ ਉਹ ਇੱਦਾਂ ਕਿਉਂ ਕਰੇਗੀ? ਮੈਂ ਰੇਨੂ ਦੀ ਬੇਵਕੂਫੀ ਤੇ ਸਿਰ ਫੜ ਲਿਆ। ਮੈਂ ਉਹ ਮਠਿਆਈ ਨਹੀਂ ਖਾਧੀ, ਬਲਕਿ ਕੂੜੇ 'ਚ ਸੁੱਟ ਦਿੱਤੀ। ਇੱਦਾਂ ਲੱਗ ਰਿਹਾ ਸੀ ਜੋ ਸਕੂਨ ਮੇਰੀ ਜ਼ਿੰਦਗੀ ਵਿੱਚ ਖਤਮ ਹੋ ਚੁੱਕਿਆ ਸੀ, ਉਹ ਵਾਪਸ ਆ ਗਿਆ ਹੈ। ਮੈਂ ਸਕੂਨ ਵਿੱਚ ਆ ਗਿਆ ਸੀ, ਪਰ ਹੌਲੀ-ਹੌਲੀ ਸਭ ਕੁਝ ਬਦਲਣ ਲੱਗਾ। ਮੇਰੀ ਨੌਕਰੀ ਛੁੱਟ ਗਈ ਤੇ ਆਪਣੀ ਪਤਨੀ ਦੇ ਖਰਚੇ ਪੂਰੇ ਕਰਨ ਦੇ ਲਈ ਮੈਂ ਪਾਈ ਦਾ ਮੁਹਤਾਜ ਹੋਣ ਲੱਗਾ, ਕਿਉਂਕਿ ਉਸਦੇ ਅਤੇ ਮੇਰੇ ਖਰਚੇ ਵੱਧ ਚੁੱਕੇ ਸੀ ਤੇ ਹੱਥ ਵਿੱਚ ਪੈਸੇ ਬਿਲਕੁਲ ਵੀ ਨਹੀਂ ਸੀ। ਮੇਰੀ ਪਤਨੀ ਤਾਂ ਜਿੱਦਾਂ ਹਾਈ ਬਲੱਡ ਪ੍ਰੈਸ਼ਰ ਦੀ ਮਰੀਜ਼ ਹੁੰਦੀ ਜਾ ਰਹੀ ਸੀ, ਕਿਉਂਕਿ ਇੰਨੀ ਤੰਗੀ ਦੀ ਆਦਤ ਉਸ ਨੂੰ ਨਹੀਂ ਸੀ। ਉਹ ਕਹਿਣ ਲੱਗੀ ਕਿ ਉਹ ਕੀ ਵਕਤ ਸੀ ਜਦੋਂ ਸਾਡੇ ਹੱਥ ਵਿੱਚ ਪੈਸਿਆਂ ਦੀ ਰੇਲ ਪੇਲ ਸੀ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਹੁਣ ਤਾਂ ਉਲਟਾ ਮੁਹੱਲੇ ਵਾਲੀਆਂ ਮੈਨੂੰ ਆਪਣੀਆਂ ਚੀਜ਼ਾਂ ਦਿਖਾ ਕੇ ਤਰਸਾਉਂਦੀਆਂ ਹਨ। ਇਹ ਸੁਣ ਕੇ ਮੈਂ ਇੱਕ ਤਿੱਖੀ ਨਜ਼ਰ ਇਹਨੂੰ ਤੇ ਮਾਰੀ। ਮੈਂ ਕਹਿਣ ਲੱਗਾ ਕਿ ਦੇਖ ਲਿਆ, ਲੱਗ ਗਈ ਨਾ ਨਜ਼ਰ। ਇਹ ਸਭ ਕੁਝ ਤੇਰੇ ਇਸ ਦਿਖਾਵੇ ਦੇ ਨਾਲ ਹੀ ਹੋਇਆ ਏ, ਤੇ ਦੂਜਾ ਸਾਨੂੰ ਦੋਨਾਂ ਨੂੰ ਇਹਨਾਂ ਲੋਕਾਂ ਦੀ ਜਲਣ ਵਾਲੀ ਨਜ਼ਰ ਖਾ ਚੁੱਕੀ ਆ। ਤੂੰ ਇਸੇ ਤਰ੍ਹਾਂ ਹੀ ਤੁਰੀ ਫਿਰਦੀ ਸੀ, ਸਾਰਿਆਂ ਦੀਆਂ ਨਜ਼ਰਾਂ 'ਚ ਆ ਚੁੱਕੀ ਹੋ। ਉਸ ਦੀ ਵਜ੍ਹਾ ਨਾਲ ਹੀ ਸਾਡੇ ਨਾਲ ਇਹ ਸਭ ਕੁਝ ਹੋ ਰਿਹਾ। ਹਜੇ ਅਸੀਂ ਦੋਨੋਂ ਗੱਲਾਂ ਹੀ ਕਰ ਰਹੇ ਸੀ ਕਿ ਸਾਡੀ ਗਵਾਂਢ ਈਸ਼ਾ ਦੀਆਂ ਚੀਕਾਂ ਦੀਆਂ ਆਵਾਜ਼ਾਂ ਇੱਥੋਂ ਤੱਕ ਆਉਣ ਲੱਗੀਆਂ। ਉਹ ਚੀਕ ਕੇ ਆਪਣੇ ਪਤੀ ਨੂੰ ਬੁਲਾ ਰਹੀ ਸੀ। ਨਾ ਜਾਣੇ ਉਸ 'ਤੇ ਕੀ ਕਿਆਮਤ ਟੁੱਟ ਪਈ ਸੀ। ਪਹਿਲਾਂ ਤਾਂ ਅਸੀਂ ਜਾਣਾ ਠੀਕ ਨਾ ਸਮਝਿਆ, ਪਰ ਜਦੋਂ ਉਸਦੇ ਪਤੀ ਦੀ ਉਸ ਨੂੰ ਮਾਰਨ ਦੀਆਂ ਝਗੜੇ ਦੀਆਂ ਆਵਾਜ਼ਾਂ ਆਉਣ ਲੱਗੀਆਂ, ਮੈਂ ਤੇ ਮੇਰੀ ਪਤਨੀ ਦੀਵਾਰ ਤੋਂ ਝਾਕ ਕੇ ਦੇਖਣ ਲੱਗੇ ਕਿ ਕਿਸੇ ਮਦਦ ਦੀ ਹੀ ਲੋੜ ਨਾ ਹੋਵੇ। ਪਰ ਜੋ ਗੱਲ ਸਾਨੂੰ ਸੁਣਾਈ ਦਿੱਤੀ, ਉਹ ਸੁਣ ਕੇ ਅਸੀਂ ਦੋਨੋਂ ਹੀ ਹੈਰਾਨ ਹੋ ਗਏ। ਉਸ ਦਾ ਪਤੀ ਈਸ਼ਾ ਨੂੰ ਬੁਰੀ ਤਰ੍ਹਾਂ ਨਾਲ ਮਾਰ ਰਿਹਾ ਸੀ। ਰੇਨੂ ਕਹਿਣ ਲੱਗੀ ਕਿ ਮੈਂ ਹੁਣੇ ਜਾ ਕੇ ਗੱਲ ਕਰਦੀ ਹਾਂ, ਭਲਾ ਉਹ ਕਿੱਦਾਂ ਆਪਣੀ ਪਤਨੀ ਤੇ ਜ਼ੁਲਮ ਕਰ ਸਕਦਾ। ਪਰ ਉਸੇ ਆਂਗਣ ਵਿੱਚ ਮੰਜੇ ਤੇ ਈਸ਼ਾ ਦਾ 9 ਸਾਲ ਦਾ ਬੱਚਾ ਤੜਫ ਰਿਹਾ ਸੀ। ਉਸ ਦੀਆਂ ਅੱਖਾਂ ਪਲਟ ਚੁੱਕੀਆਂ ਸੀ ਤੇ ਇਦਾਂ ਤੜਫ ਰਿਹਾ ਸੀ ਜਿੱਦਾਂ ਉਸ ਨੂੰ ਬਿਜਲੀ ਦੇ ਝਟਕੇ ਲੱਗੇ ਹੋਣ। ਉਦੋਂ ਈਸ਼ਾ ਦਾ ਪਤੀ ਬੋਲਿਆ, ਸਭ ਤੇਰੀ ਵਜ੍ਹਾ ਨਾਲ ਹੋਇਆ। ਜੇਕਰ ਤੂੰ ਦੂਜਿਆਂ ਦੇ ਘਰ ਖਰਾਬ ਨਾ ਕਰਦੀ ਤਾਂ ਅੱਜ ਸਾਡੀ ਬੇਟੀ ਦਾ ਇਹ ਹਾਲ ਨਾ ਹੁੰਦਾ। ਤੇਰੇ ਵਰਗੀ ਔਰਤ ਨੂੰ ਤਾਂ ਜਿੰਨਾ ਮਾਰਿਆ ਜਾਵੇ ਓਨਾ ਘੱਟ ਆ। ਤੂੰ ਦੂਜਿਆਂ ਲਈ ਖੱਡਾ ਪੁੱਟਿਆ ਸੀ, ਅੱਜ ਤੇਰੀ ਆਪਣੇ ਬੇਟੀ ਦਾ ਇਹ ਹਾਲ ਤੱਕ ਪਹੁੰਚ ਚੁੱਕੀ ਆ। ਹੋਰ ਖਵਾਓ ਕਾਲੇ ਇਲਮ ਵਾਲੀਆਂ ਬਰਫੀਆਂ ਗਵਾਂਢੀਆਂ ਨੂੰ। ਤੂੰ ਉਹਨਾਂ ਨੂੰ ਨਜ਼ਰ ਲਗਾਉਣ ਚੱਲੀ ਸੀ, ਤੇਰੀ ਆਪਣੀ ਬੇਟੀ ਹੀ ਉਹ ਮਠਿਆਈ ਖਾ ਕੇ ਤੈਨੂੰ ਦਿਨੇ ਤਾਰੇ ਦਿਖਾਉਣ ਲੱਗੀ ਆ। ਈਸ਼ਾ ਰੋ ਰਹੀ ਸੀ ਤੇ ਕਹਿਣ ਲੱਗੀ, ਜਿੰਨਾ ਮਾਰਨਾ ਹੈ ਮਾਰ ਲਓ, ਪਰ ਮੇਰੀ ਬੱਚੀ ਨੂੰ ਤੁਰੰਤ ਡਾਕਟਰ ਦੇ ਕੋਲ ਲੈ ਜਾਓ। ਉਸ ਦਾ ਪਤੀ ਡਾਕਟਰ ਦੇ ਕੋਲ ਲੈ ਗਿਆ, ਪਰ ਉਸ ਨੂੰ ਕੀ ਬਿਮਾਰੀ ਸੀ ਪਤਾ ਹੀ ਨਹੀਂ ਲੱਗ ਰਿਹਾ ਸੀ। 3-4 ਦਿਨ ਬਾਅਦ ਉਸ ਦੀ ਬੇਟੀ ਨੇ ਇਦਾਂ ਹੀ ਤੜਫ ਕੇ ਮਰ ਗਈ। ਈਸ਼ਾ ਤਾਂ ਰੋਂਦੇ ਰੋਂਦੇ ਸਾਡੇ ਘਰ ਦੇ ਦਰਵਾਜ਼ੇ ਤੇ ਆ ਕੇ ਡਿੱਗ ਪਈ, ਹੱਥ ਜੋੜ ਕੇ ਮਾਫੀ ਮੰਗਣ ਲੱਗੀ ਜੋ ਰਾਜ ਉਸਨੇ ਖੋਲਿਆ ਸੀ। ਅਤੇ ਰੇਨੂ ਹੈਰਾਨ ਰਹਿ ਕੇ ਕਹਿਣ ਲੱਗੀ ਕਿ ਮੈਂ ਤੇਰੇ ਤੇ ਵੀ ਸੜਦੀ ਸੀ। ਮੈਂ ਚਾਹੁੰਦੀ ਸੀ ਕਿ ਜੋ ਕੁਝ ਤੇਰੇ ਕੋਲ ਹੈ ਸਭ ਕੁਝ ਮੇਰੇ ਕੋਲ ਹੋਵੇ, ਇੱਕ ਚੀਜ਼ ਦੀ ਮਾਲਕ ਮੈਂ ਬਣ ਜਾਵਾਂ, ਇੱਥੋਂ ਤੱਕ ਕਿ ਤੇਰਾ ਪਤੀ ਵੀ ਮੇਰਾ ਪਤੀ ਬਣ ਜਾਵੇ। ਇਸ ਲਈ ਮੈਂ ਆਪਣੀ ਜਮ੍ਹਾਂ ਪੂੰਜੀ ਲਗਾ ਕੇ ਇੱਕ ਪੀਰ ਬਾਬੇ ਦੇ ਕੋਲ ਮਠਿਆਈ ਤੇ ਕਾਲਾ ਜਾਦੂ ਕਰਵਾਉਣ ਗਈ ਤਾਂ ਉਹ ਤੁਹਾਨੂੰ ਖਵਾਉਂਦੀ ਸੀ। ਤੁਹਾਡੇ ਘਰ ਤੋਂ ਲੜਾਈ ਝਗੜੇ ਦੀਆਂ ਆਵਾਜ਼ਾਂ ਮੈਨੂੰ ਬੜਾ ਹੀ ਸਕੂਨ ਦਿੰਦੀਆਂ, ਪਰ ਇੱਕ ਦਿਨ ਜਦੋਂ ਮੈਂ ਮਠਿਆਈ ਤੇ ਕਾਲਾ ਇਲਮ ਕਰਵਾ ਕੇ
ਲਿਆਈ ਤਾਂ ਕਿ ਤੁਹਾਡਾ ਇਦਾਂ ਹੀ ਝਗੜਾ ਹੋ ਜਾਵੇ ਤੇ ਤੇਰਾ ਪਤੀ ਤੈਨੂੰ ਤਲਾਕ ਦੇ ਦੇਵੇ। ਉਸੇ ਦਿਨ ਉਹ ਮਠਿਆਈ ਮੇਰੀ ਛੋਟੀ ਜਿਹੀ ਬੱਚੀ ਨੇ ਖਾ ਲਈ ਤੇ ਫਿਰ ਅਸਰ ਉਲਟਾ ਹੋ ਗਿਆ। ਹੁਣ ਉਹ ਮੌਤ ਦੇ ਘਾਟ ਉਤਰ ਚੁੱਕੀ ਆ। ਇਹ ਸੁਣ ਕੇ ਤਾਂ ਜਿੱਦਾਂ ਮੇਰੀ ਬੋਲਤੀ ਬੰਦ ਹੋ ਗਈ। ਉਸ ਦਾ ਪਤੀ ਵੀ ਸਿਰ ਝੁਕਾਏ ਦੂਰ ਹੀ ਖੜਾ ਸੀ। ਉਹ ਸਾਡੇ ਤੋਂ ਮਾਫੀ ਮੰਗਣ ਲੱਗਾ। ਰੇਨੂ ਤਾਂ ਕੰਨਾਂ ਨੂੰ ਹੱਥ ਲਗਾ ਚੁੱਕੀ ਸੀ। ਉਹ ਇੰਨਾ ਡਰ ਗਈ ਸੀ ਕਿ ਕਹਿਣ ਲੱਗੀ, ਮੈਂ ਇੱਥੇ ਨਹੀਂ ਰਹਿਣਾ, ਮੈਨੂੰ ਵਾਪਸ ਉਸੇ ਮਹੱਲੇ ਵਿੱਚ ਲੈ ਜਾਓ, ਇਹ ਲੋਕ ਬਹੁਤ ਖਤਰਨਾਕ ਹਨ। ਉਸ ਮਹੱਲੇ ਦੇ ਲੋਕ ਸਾਦਗੀ ਅਤੇ ਮਿਲਣਸਾਰ ਲੋਕ ਸਨ। ਜੋ ਵੀ ਕਹਿੰਦੇ ਤੇ ਭਲਾਈ ਦੇ ਲਈ ਹੀ ਕਹਿੰਦੇ ਸੀ। ਅੱਜ ਤੱਕ ਈਸ਼ਾ ਦੀਆਂ ਸਾਜ਼ਿਸ਼ ਕਰਨ ਵਾਲੀਆਂ ਗਵਾਂਢਣਾਂ ਮੈਂ ਨਹੀਂ ਦੇਖੀਆਂ। ਰੇਨੂ ਵੀ ਪਛਤਾ ਰਹੀ ਸੀ। ਕੁਝ ਹੀ ਦਿਨਾਂ ਵਿੱਚ ਅਸੀਂ ਉੱਥੇ ਵਾਪਸ ਸ਼ਿਫਟ ਹੋ ਗਏ, ਮਾਂ-ਬਾਪ ਦੇ ਨਾਲ ਰਹਿਣ ਲੱਗੇ। ਗਵਾਂਢ ਵਾਲਿਆਂ ਨੂੰ ਵੀ ਜਦੋਂ ਰੇਨੂ ਦੇ ਵਾਪਸ ਆਇਆ ਦੇਖਿਆ ਤਾਂ ਉਸ ਦੀਆਂ ਖੂਬ ਤਾਰੀਫਾਂ ਕੀਤੀਆਂ ਕਿ ਚੰਗਾ ਫੈਸਲਾ ਕੀਤਾ ਏ। ਰੇਨੂ ਨੂੰ ਵੀ ਹੌਲੀ-ਹੌਲੀ ਇਸ ਮਹੱਲੇ ਦੀ ਆਦੀ ਹੋ ਗਈ ਸੀ ਤੇ ਸਾਡੀ ਜ਼ਿੰਦਗੀ ਵਿੱਚ ਸਕੂਨ ਵਾਪਸ ਆ ਗਿਆ ਸੀ। ਸੱਚ ਹੀ ਕਿਹਾ ਏ ਕਿ ਕਿਸੇ ਨੇ ਕਿ ਨਜ਼ਰ ਇਨਸਾਨ ਦੀਆਂ ਖੁਸ਼ੀਆਂ ਖਾ ਲੈਂਦੀ ਆ। ਖੈਰ, ਕੁਝ ਵਕਤ ਬਾਅਦ ਮੇਰੀ ਨੌਕਰੀ ਵੀ ਲੱਗ ਗਈ ਤੇ ਹੌਲੀ-ਹੌਲੀ ਮੈਂ ਵਾਪਸ ਆਪਣੇ ਹਾਲਾਤ ਤੇ ਆ ਗਿਆ। ਸੋ ਦੋਸਤੋ, ਪਤਾ ਨਹੀਂ ਕਾਲੇ ਜਾਦੂ ਵਰਗੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਵੀ ਹਨ ਜਾਂ ਨਹੀਂ, ਪਰ ਉਸ ਵਕਤ ਮੈਂ ਬਹੁਤ ਡਰ ਗਿਆ।